ਅੱਜ ਬਠਿੰਡਾ ਵਿੱਚ ਜ਼ਿਲ੍ਹਾ ਪੱਧਰੀ ਵਿਕਾਸ ਅਤੇ ਨਿਗਰਾਨ ਕਮੇਟੀ ਦੀ ਤਿਮਾਹੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਹੋਈ। ਇਸ ਦੀ ਪ੍ਰਧਾਨਗੀ ਚੇਅਰਪਰਸਨ ਤੇ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕੀਤੀ। ਉਹਨਾਂ ਨੇ ਇਸ ਮੀਟਿੰਗ ਵਿੱਚ ਕਿਹਾ ਕਿ ਵਿਕਾਸ ਕਾਰਜ ਤੈਅ ਸਮੇਂ ਅਨੁਸਾਰ ਮੁਕੰਮਲ ਕੀਤੇ ਜਾਣ ਅਤੇ ਉਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਅਤੇ ਪੰਜਾਬ ਦੇ ਵਿੱਤ ਮੰਤਰੀ ਨੂੰ ਭਾਰਤ ਦੇ ਇਤਿਹਾਸ ਦਾ ਸਭ ਤੋਂ ਫੇਲਡ ਮੰਤਰੀ ਕਿਹਾ। ਆਓ ਦੇਖਦੇ ਹਾਂ ਮਨੋਜ ਚਰਖੀਵਾਲ ਦੀ ਰਿਪੋਰਟ। ਜੇ ਗਰੀਬਾਂ ਨੂੰ ਰਾਸ਼ਨ ਦੇਣ ਵਾਸਤੇ ਭੇਜ ਰਹੀ ਹੈ, ਕਿਸੇ ਦੀ ਪੈਨਸ਼ਨ ਭੇਜ ਰਹੀ ਹੈ ਜਾਂ ਕਿਸੇ ਗਰਭਵਤੀ ਮਹਿਲਾ ਦੇ ਖਰਚਾ ਉਸੇ ਕਰਨ ਵਾਸਤੇ ਭੇਜ ਰਹੀ ਹੈ ਜਾਂ ਡਿਵੈਲਪਮੈਂਟ ਵਾਸਤੇ ਭੇਜ ਰਹੀ ਹੈ, ਤਾਂ ਇਹਨਾਂ ਫੰਡਸ ਨੂੰ ਅਨਯੂਟਿਲਾਈਜ਼ ਮਤਲਬ ਉਹਨਾਂ ਨੂੰ ਲਗਾਉਣ ਦਾ ਕੀ ਮਤਲਬ ਹੈ ਸਰਕਾਰ ਦਾ। ਲੇਕਿਨ ਅਫਸੋਸ ਦੀ ਗੱਲ, ਅੱਜ ਸਭ ਤੋਂ ਵੱਡੀ ਗੱਲ ਜਿਹੜੇ ਮੇਰੇ ਸਾਹਮਣੇ ਨਿਕਲ ਕੇ ਆਈ ਹੈ ਕਿ ਮੈਂ ਤੀਜੀ ਵਾਰੀ MP ਬਣ ਚੁੱਕੀ ਹਾਂ ਤੇ ਮੇਰੇ ਪਿਛਲੇ 2019 ਤੋਂ ਪਹਿਲੇ 14 ਤੋਂ 19 ਤੋਂ ਜਿਹੜੀ ਮੇਰੀ MP ਲੈਡ ਮੈਂ ਵੰਡਿਆ ਸੀਗਾ, ਤਕਰੀਬਨ ਬਠਿੰਡਾ 'ਚ 1 ਕਰੋੜ ਦਾ ਮੇਰਾ MP ਲੈਡ ਇਹਨਾਂ ਨੇ ਲੱਗਣ ਹੀ ਨਹੀਂ ਦਿੱਤਾ। 1 ਕਰੋੜ ਰੁਪਏ ਮੇਰੇ ਵਾਪਸ ਹੋ ਗਏ ਤੇ ਆਪ ਇਹਨਾਂ ਨੇ ਦੱਸਿਆ ਕਿ ਕਿਵੇਂ 30-35 ਯੂਟਿਲਾਈਜੇਸ਼ਨ ਸਰਟੀਫਿਕੇਟਸ ਹੀ ਨਹੀਂ ਲਿੱਤੇ। ਮਤਲਬ 16ਵੀਂ ਲੋਕ ਸਭਾ ਦੇ ਅਜੇ ਕੰਮ ਪੂਰੇ ਨਹੀਂ ਕੀਤੇ ਤੇ 17ਵੀਂ ਲੋਕ ਸਭਾ ਦੇ ਤੇ ਮੈਂ ਗ੍ਰਾਂਟ ਦੇ ਚੁੱਕੀ ਹਾਂ। ਸੋ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਮੈਂ ਪੈਸੇ ਦੇ ਰਹੀ ਹਾਂ ਆਪਣੇ ਪਿੰਡਾਂ 'ਚ ਸ਼ਹਿਰਾਂ 'ਚ ਲੋਕਾਂ ਦੀ ਤਕਲੀਫਾਂ ਨੂੰ ਦੂਰ ਕਰਨ ਵਾਸਤੇ, ਲੇਕਿਨ ਇਹ ਸੂਬੇ ਦੀ ਸਰਕਾਰ ਮੇਰਾ ਜਿਹੜਾ ਹੱਕ ਬਣਦਾ ਹੈ ਕਿ ਮੈਂ ਆਪਣੇ ਪੈਸੇ ਖਰਚ ਕੇ ਲੋਕਾਂ ਦਾ ਫਾਇਦਾ ਕਰਾਂ ਉਹਨੂੰ ਵੀ ਰੋਕ ਰਹੀ ਹੈਗੀ। ਸੋ ਤੁਸੀਂ ਸੋਚੋ 16ਵੀਂ ਲੋਕ ਸਭਾ ਤੋਂ 1.25 ਕਰੋੜ ਰੁਪਏ ਮੇਰਾ ਮੁਕਤਸਰ ਤੇ ਲੰਬੀ ਹਲਕੇ ਦਾ ਤੇ ਬਠਿੰਡੇ ਦਾ ਮਾਨਸੇ ਦਾ ਅੱਡ ਹੈਗਾ। ਸੋ ਇਹਦੇ ਵਾਸਤੇ ਮੈਂ ਬਿਲਕੁਲ ਇੱਕ ਕੰਮ ਦੀ ਡਿਟੇਲ ਲੈ ਕੇ ਪੂਰੀ ਖਿਚਾਈ ਕੀਤੀ ਕਿ ਮੇਰੇ ਯੂਟਿਲਾਈਜੇਸ਼ਨ ਸਰਟੀਫਿਕੇਟ ਨਹੀਂ ਭੇਜਣਗੇ ਤਾਂ ਬਾਕੀ ਦਾ ਮੇਰਾ ਪੈਸਾ ਨਹੀਂ ਉਨੀ ਦੇਰ ਰਿਲੀਜ਼ ਹੋਗਾ। UCs ਵੀ ਨਹੀਂ ਦਿੱਤੇ ਨੇ ਤੇ ਕਈ ਚੀਜ਼ਾਂ ਹੋਰ ਜਿਹੜੀ ਨਵੀਂ ਸਕੀਮਾਂ ਕੇਂਦਰ ਨੇ ਕੀਤੀਆਂ ਨੇ। ਫੋਰ ਐਗਜ਼ਾਮਪਲ ਇੱਕ ਨਵੀਂ ਸਕੀਮ ਕਿ ਜਿਹੜੇ ਆਪਣੇ ਰੇਹੜੀ ਵਾਲੇ ਹੁੰਦੇ ਨੇ ਉਹਨਾਂ ਨੂੰ 10,000 ਰੁਪਏ ਤੱਕ ਦੀ ਬੈਂਕ ਵੱਲੋਂ ਇੱਕ ਲਿਮਿਟ ਦਿੱਤੀ ਜਾਂਦੀ ਹੈ ਤਾਂ ਕਿ ਉਹ ਆਪਣਾ ਕੰਮਕਾਜ ਵਧਾ ਸਕੇ। ਇਹ ਸਾਰੀ ਚੀਜ਼ਾਂ ਕੋਵਿਡ ਨੂੰ ਦੇਖਦੇ ਹੋ ਲੋਕਾਂ ਦੀ ਸਹੂਲਤ ਵਾਸਤੇ ਦਿੱਤਾ, ਲੇਕਿਨ ਮੈਨੂੰ ਲੱਗਦਾ ਇੱਥੇ ਆਪਣੀ ਮੰਡੀਆਂ 'ਚ ਸ਼ਾਇਦ ਹੀ ਕਿਸੇ ਰੇਹੜੀ ਵਾਲੇ ਨੂੰ ਇਹਦੇ ਬਾਰੇ ਪਤਾ ਵੀ ਹੋਊਗਾ। ਸੋ ਕਈ ਜਿਹੜੀ ਆ ਸਕੀਮਾਂ ਹੈਗੀਆਂ ਉਹ ਕਿਉਂ ਲੋਕਾਂ ਤੱਕ ਨਹੀਂ ਪਹੁੰਚਾਈ ਜਾ ਰਹੀਆਂ ਨੇ, ਕਿਉਂ ਸਹੀ ਤਰੀਕੇ ਤਾਈਂ ਲੋਕਾਂ ਨੂੰ ਆਪਣਾ ਹੱਕ ਨਹੀਂ ਮਿਲ ਰਿਹਾ ਹੈ, ਇਹਦੀ ਸਾਡੀ ਸਾਰੀ ਸਰਵੇਖਣ ਕੀਤੀ ਤਾਂ ਇੱਕ ਵਾਰੀ ਫੇਰ ਕਿਹਾ ਹੈ ਕਿ ਭਾਵੇਂ ਪਿੰਡਾਂ ਦੇ ਜਿਹੜੇ ਵਾਟਰ ਵਰਕਸ ਦੇ ਕੰਮ ਸਾਡੇ ਸਮੇਂ ਤੋਂ ਰੁਕੇ ਹੋਏ ਨੇ, ਜਿਹੜੀ ਭਰਤੀਆਂ ਬਠਿੰਡੇ ਦੇ ਮਿਊਨਿਸਪੈਲਿਟੀ ਦੇ ਹੋਏ ਉਹ ਭਰਤੀਆਂ ਸਫਾਈ ਕਰਮਚਾਰੀਆਂ ਦੀ ਜਿਹੜੀ ਰੁਕੀਆਂ ਹੋਈਆਂ ਨੇ, ਕਈ ਚੀਜ਼ਾਂ ਕਾਟਵਾ ਹਸਪਤਾਲ 'ਚ ਹੋਏ ਭਾਵੇਂ ਸਫਾਈ ਦੀ ਜਿਹੜੀ ਹੈਗੀ ਉਹ ਕਮੀਆਂ ਪੂਰੀ ਕੀਤੀਆਂ ਜਾਣ। ਲੇਕਿਨ ਅਫਸੋਸ ਹੈ ਕਿ ਇਹ ਸਰਕਾਰ ਜਿਸ ਤਰ੍ਹਾਂ ਚੱਲ ਰਹੀ ਹੈਗੀ, ਅੱਜ ਆਪਾਂ ਦੇਖ ਹੀ ਰਹੇ ਕਿ ਭਾਵੇਂ ਇਲੈਕਸ਼ਨ ਹੋਣ, ਇਲੈਕਸ਼ਨਾਂ ਦੀ ਵੀ ਕਮੇਟੀ ਇਲੈਕਸ਼ਨ ਦੀ ਤਾਂ ਧੱਜੀਆਂ ਉਡਾਈਆਂ ਗਈਆਂ। ਇਹ ਤਾਂ ਮੈਂ ਕਹਿੰਦੇ ਕਿ ਲੋਕਾਂ ਦਾ ਸਮਾਂ ਕਿਉਂ ਬਰਬਾਦ ਕਰਦੇ ਹੋ ਤੇ ਸਰਕਾਰਾਂ ਦੇ ਪੈਸੇ ਕਿਉਂ ਬਰਬਾਦ ਕਰਦੇ ਹੋ ਤੇ ਪੁਲਿਸ ਦੇ ਸਹਾਰੇ ਤੁਸੀਂ ਜ਼ੋਰ ਜ਼ਬਰ ਦੇ ਨਾਲ ਇਲੈਕਸ਼ਨਾਂ ਜਿੱਤਣੀਆਂ ਨੇ, ਫਿਰ ਐਲਾਨ ਕਰ ਦਿਓ ਆਪਣੇ ਕੈਂਡੀਡੇਟ ਜੇ ਕਾਗਜ਼ ਰੱਦ ਕਰਨੇ ਨੇ। ਚੰਗਾ ਕੰਮ ਕਰ ਰਹੇ ਨੇ, ਲੇਕਿਨ ਕਾਸ਼ ਜਿੱਥੇ ਉਹਨਾਂ ਦੀ ਸਰਕਾਰਾਂ ਹੈਗੀਆਂ ਪਹਿਲੇ ਉਹਨਾਂ ਸਰਕਾਰਾਂ ਦੇ ਉੱਤੇ ਪੰਜਾਬ ਆਣ ਤੇ ਪੰਜਾਬ ਜਿੱਥੇ ਪੈਟਰੋਲ ਡੀਜ਼ਲ ਦੀ ਕੀਮਤਾਂ ਸਭ ਤੋਂ ਵੱਧ ਵੈਟ ਟੈਕਸ ਲਾਇਆ ਜਾਂਦਾ ਹੈਗਾ, ਕਿਉਂ ਨਹੀਂ ਪੰਜਾਬ 'ਚ ਆ ਕੇ ਪਹਿਲ ਕਰਦੇ ਨੇ ਕਿ ਕੇਂਦਰ ਨੂੰ ਤਾਂ ਅਸੀਂ ਬਾਅਦ ਨੂੰ ਪਕਾਵਾਂਗੇ, ਪਹਿਲੇ ਜਿਹੜੇ ਸਾਡੇ ਆਪਣੇ ਹੱਥ 'ਚ ਅਸੀਂ 5-7 ਰੁਪਏ ਆਪ ਘਟਾ ਲਿਆ ਤੇ ਫਿਰ ਕੇਂਦਰ ਦੇ ਉੱਤੇ ਆਪਾਂ ਦਬਾਅ ਪਾਉਂਦੇ ਹਾਂ। ਸੋ ਇਹ ਨੌਟੰਕੀ, ਇਹ ਡਰਾਮੇ ਜਿਹੜੀ ਕਾਂਗਰਸ ਦੀ ਆਦਤ ਹੈਗੀ, ਤੁਸੀਂ ਹੁਣੇ ਹੀ ਦੇਖਿਆ ਕਿ ਵਿਧਾਨ ਸਭਾ 'ਚ ਪਹਿਲੇ ਤਾਂ ਜਾ ਕੇ ਘਿਰਾਵ ਕੀਤਾ ਗਵਰਨਰ ਦਾ ਕਿ ਵੀ ਗਵਰਨਰ ਨੂੰ ਨਾਅਰੇਬਾਜ਼ੀ ਕੀਤੀ ਤੇ ਘੰਟਾ ਬਾਅਦ ਉੱਥੇ ਰੈੱਡ ਕਾਰਪੇਟ ਵਿਛਾ ਕੇ ਉਹਦਾ ਸਵਾਗਤ ਕੀਤਾ। ਸੋ ਇਹ ਡਰਾਮੇ ਨੌਟੰਕੀਆਂ 5 ਸਾਲ ਲੋਕਾਂ ਨੇ ਦੇਖ ਲਿੱਤੀਆਂ ਨੇ, ਠੋਸ ਤਾਂ ਇੱਕ ਕੰਮ ਨਹੀਂ ਕੀਤਾ ਹੈ। ਅੱਜ ਅਸੀਂ ਵਿੱਤ ਮੰਤਰੀ ਦੇ ਇਲਾਕੇ ਵਿੱਚ ਖੜੇ ਆ, ਇਸ ਇਲਾਕੇ ਵਿੱਚ ਜਿੱਥੇ ਵੋਟਾਂ ਦੇ ਵੇਲੇ ਵੱਡੇ ਵਾਅਦੇ ਕਿ 60 ਮਹੀਨਿਆਂ 'ਚ 60 ਇੰਡਸਟਰੀ ਆਊਗੀ, ਹੀਰੋ ਹੋਂਡਾ ਦੀ ਆਊਗੀ, ਜਹਾਜ਼ਾਂ ਦੀ ਆਊਗੀ। ਅੱਜ 에ਅਰਪੋਰਟ ਤੇ ਜਹਾਜ਼ ਬੰਦ ਕਰਤੇ ਕਿ ਵਿੱਤ ਮੰਤਰੀ ਨੇ ਜਿੰਨੀ ਮੁਸ਼ਕਿਲ ਦੇ ਨਾਲ ਮੈਂ 에ਅਰਪੋਰਟ ਬਣਾਇਆ ਸੀ, ਜਹਾਜ਼ ਸ਼ੁਰੂ ਕੀਤੇ ਸੀ, ਲਾਣਾ ਤਾਂ ਕੀ ਸੀ ਜਿਹੜਾ ਬੰਦ ਕਰਤਾ। ਭਾਵੇਂ ਥਰਮਲ ਬੰਦ, ਜਹਾਜ਼ ਬੰਦ, ਕਿਸੇ ਦੀ ਪੈਰਵੀ ਵੀ ਕਰ ਰਹੇ ਨੇ, ਕੋਈ ਆਵਾਜ਼ ਵੀ ਚੱਕ ਰਹੇ, ਬਸ ਜ਼ੋਰ ਜ਼ਬਰ ਦੇ ਨਾਲ ਲੁੱਟਣ ਦੇ ਨਾਲ ਖਾਨਦਾਨ ਇੱਥੇ ਲੱਗਿਆ ਹੋਇਆ ਹੈ, ਪੈਸੇ ਕਮਾਉਣ 'ਚ ਲੱਗੇ। ਬਠਿੰਡੇ ਸ਼ਹਿਰ ਦਾ ਕਰ ਕੀ ਦਿੱਤਾ? ਦੁਨੀਆ ਭਰ 'ਚ ਕਿਸਾਨ ਅੰਦੋਲਨ ਦੀ ਚਰਚਾ ਹੋ ਰਹੀ ਹੈਗੀ ਤੇ ਹੋਣੀ ਵੀ ਚਾਹੀਦੀ ਹੈਗੀ। ਜਿਸ ਦੇਸ਼ ਦੀ ਸਰਕਾਰ ਤੇ ਸੂਬੇ ਦੀ ਸਰਕਾਰ ਨੂੰ ਆਪਣੇ ਕਿਸਾਨਾਂ ਦੀ ਪਰਵਾਹ ਨਹੀਂ, ਜੇ ਕਾਲੇ ਕਾਨੂੰਨ ਆਉਂਦੇ ਨੇ ਤੇ ਸੂਬੇ ਸਾਡੇ ਪੰਜਾਬ ਸਰਕਾਰ ਨੇ ਉਹਨਾਂ ਦੀ ਸਹਿਮਤੀ ਦਿੱਤੀ, ਜੇ 4 ਮਹੀਨੇ 3 ਮਹੀਨੇ 'ਚੋਂ ਕਿਸਾਨ ਦਿੱਲੀ ਬੈਠੇ ਹੋਏ ਨੇ, ਸਾਡੇ ਪੰਜਾਬ ਦੀ ਸਰਕਾਰ ਦਾ ਇੱਕ ਵੀ ਨੁਮਾਇੰਦਾ, ਇੱਕ ਵਾਰੀ ਮੁੱਖ ਮੰਤਰੀ ਉਹਨਾਂ ਤਾਈਂ ਪਹੁੰਚ ਨਹੀਂ ਕੀਤੀ। ਇੱਕ ਵਾਰੀ ਇਸ ਸਰਕਾਰ ਨੇ ਜਾ ਕੇ ਉਹਨਾਂ ਮਹਿਕਮਾ, ਨਾ ਪ੍ਰਧਾਨ ਮੰਤਰੀ, ਨਾ ਖੇਤੀਬਾੜੀ ਮੰਤਰੀ, ਨਾ ਕਿਸੇ ਮੰਤਰੀ ਨੂੰ ਜਾ ਕੇ ਇਹਨਾਂ ਕਿਸਾਨਾਂ ਦੀ ਮੁੱਦੇ ਨੂੰ ਉੱਥੇ ਜਾ ਕੇ ਜ਼ੋਰੋ ਸ਼ੋਰੋਂ ਨਾਲ ਉਠਾਇਆ, ਬਲਕਿ ਕਿਸਾਨਾਂ ਨੂੰ ਆਪਣੇ ਹਾਲ 'ਚ ਛੱਡ ਦਿੱਤਾ ਹੈਗਾ, ਕਿਉਂਕਿ ਇਹ ਸੂਬੇ ਦੀ ਸਰਕਾਰ ਨੂੰ, ਕੈਪਟਨ ਸਾਹਿਬ ਨੂੰ ਬੜਾ ਸੂਟ ਕਰ ਰਿਹਾ ਹੈ ਕਿ ਸਾਰੇ ਪੰਜਾਬ ਦਾ ਧਿਆਨ
ਦਿੱਲੀ ਵਿੱਚ ਹੈਗਾ, ਤਾਂ ਕਿ ਜਿਹੜੇ ਇਹਨਾਂ ਦੇ ਇੱਥੇ ਲੁੱਟ ਖਸੁੱਟ ਚੱਲ ਰਹੀ ਹੈਗੀ, ਜਿਹੜੇ ਇੱਥੇ ਬਿਜਲੀ ਦੇ ਬਿੱਲ ਹੋਣ, ਗਰੀਬਾਂ ਦੀ ਸਕਾਲਰਸ਼ਿਪਸ ਖਤਮ ਹੋਣ, ਆਟਾ ਦਾਲ ਪੈਨਸ਼ਨ ਸ਼ਗਨ ਬੰਦ ਕਾਰਡ ਕੱਟਦੇ ਨੇ, ਇਹਨਾਂ ਸਾਰੀ ਚੀਜ਼ਾਂ ਤੋਂ ਲੋਕਾਂ ਦਾ ਧਿਆਨ ਭਟਕ ਕੇ ਉਹ ਦਿੱਲੀ ਵੱਲ ਪਿਆ ਹੈਗਾ। ਸੋ ਇਹ ਕੈਪਟਨ ਸਾਹਿਬ ਨੂੰ ਤਾਂ ਬੜਾ ਸੂਟ ਕਰ ਰਿਹਾ ਹੈ, ਜਿਹਦੇ ਕਰਕੇ ਆਪਾਂ ਦੇਖਿਆ ਕਿ ਦਿੱਲੀ ਦੀ ਭਾਸ਼ਾ ਬੋਲਦੇ ਨਾ ਦਿੱਲੀ ਤਾਈਂ ਪਹੁੰਚ ਕਰਕੇ ਆਪਣੀ ਦੀ ਲੜਾਈਆਂ ਲੜ ਰਹੇ ਨੇ। ਤੁਸੀਂ ਮੈਨੂੰ ਦੱਸੋ ਕਿ ਇੱਕ ਕਾਲੇ ਕਾਨੂੰਨ ਆਏ, ਮੈਨੂੰ ਤਾਂ ਬਾਅਦ ਨੂੰ ਪਤਾ ਲੱਗ ਗਿਆ, ਅੱਜ ਮੈਨੂੰ ਕਹਿੰਦੇ ਨੇ ਕਿ ਮੈਂ ਕੁਝ ਨਹੀਂ ਕੀਤਾ। ਮੈਂ ਪੁੱਛਦੀ ਆ, ਮੇਰੇ ਤੋਂ 1 ਸਾਲ ਪਹਿਲੇ ਤਾਂ ਇਹਨਾਂ ਨੇ ਸਹਿਮਤੀ ਦਿੱਤੀ ਹੋਈ ਸੀਗੀ, 6 ਮੀਟਿੰਗਾਂ ਇਹਨਾਂ ਨੇ ਉਹਨਾਂ ਮੀਟਿੰਗਾਂ ਦਾ ਹਿੱਸਾ ਬਣੇ ਹੈਗੇ। ਪਾਰਲੀਮੈਂਟ ਤੋਂ ਅਸਤੀਫਾ ਮੈਂ ਦਿੱਤਾ, 9 ਸਾਂਸਦ ਕਾਂਗਰਸ ਪਾਰਟੀ ਦੇ ਇੱਕ ਨੇ ਅਸਤੀਫਾ ਦਿੱਤਾ। ਕੈਪਟਨ ਸਾਹਿਬ ਨੇ ਵਿਧਾਨ ਸਭਾ 'ਚ ਕਿਹਾ ਕਿ ਮੇਰਾ ਅਸਤੀਫਾ ਮੇਰੇ ਜੇਬ 'ਚ ਪਿਆ ਹੈਗਾ, ਜੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਮੈਂ ਅਸਤੀਫਾ ਦਵਾਂਗਾ। 4 ਮਹੀਨੇ ਹੋ ਗਏ, 250 ਕਿਸਾਨ ਮਰ ਗਏ, ਅਸਤੀਫਾ ਜੇਬ ਤੋਂ ਕੱਢਿਆ। ਸੋ ਇਹ ਤਾਂ ਫਿਕਸਡ ਮੈਚ ਤਾਂ ਚੱਲ ਹੀ ਰਿਹਾ ਹੈਗਾ, ਕਿਉਂਕਿ ਇਹਨਾਂ ਨੇ ਸਹਿਮਤ ਦਿੱਤੀ ਕੇਂਦਰ ਨੂੰ, ਕਿਉਂਕਿ ਆਪਣੇ ਕੇਸਾਂ 'ਚ ਫਸੇ ਹੋਏ ਨੇ, ਮਜਬੂਰ ਹੈਗੇ ਕੈਪਟਨ ਸਾਹਿਬ, ਜਿਹਦੇ ਕਰਕੇ ਲੋਕਾਂ ਨੂੰ ਵੀ ਛੱਡਤਾ ਹੈ। ਕਾਲੇ ਕਾਨੂੰਨ ਜੇ ਵਿਧਾਨ ਸਭਾ 'ਚ ਨੌਟੰਕੀ ਡਰਾਮਾ ਕਰਦੇ ਨੇ ਤੇ ਫਿਰ ਜਾ ਕੇ ਗਵਰਨਰ ਸਾਹਿਬ ਤੋਂ ਦਿੱਲੀ ਤਾਈਂ ਕਿਉਂ ਨਹੀਂ ਪਹੁੰਚਾਉਂਦੇ? ਪੰਜਾਬ ਸਰਕਾਰ ਨੂੰ ਲੋਕਾਂ ਦੀ ਪਰਵਾਹ ਨਹੀਂ ਹੈ, ਇਹਦੇ ਵਿੱਚ ਕੋਈ ਸ਼ੱਕ ਹੈਗਾ ਕਿ ਪਿਛਲੇ 5 ਸਾਲਾਂ 'ਚ ਮੈਨੂੰ ਇੱਕ ਤਾਂ ਚੀਜ਼ ਦੱਸ ਦਿਓ ਕਿ ਲੋਕਾਂ ਦੀ ਕੀ ਅੱਜ ਮੁਲਾਜ਼ਮਾਂ ਦੀ 4000 ਕਰੋੜ ਦੀ ਡੀਏ, ਹੁਣ ਡਰਾਮਾ ਰਚੂਗਾ ਕਿ ਬਜਟ ਪੇਸ਼ ਕੀਤਾ ਜਾਊਗਾ। ਮੈਂ ਤਾਂ ਕਹਿੰਦੀ ਕਿ ਬਜਟ ਪੇਸ਼ ਕਰਨ ਤੋਂ ਪਹਿਲੇ ਵੇਰਵਾ ਦੇਣਾ ਚਾਹੀਦਾ ਹੈ ਕਿ ਪਿਛਲੇ ਬਜਟ 'ਚ ਜਿਹੜਾ ਐਲਾਨ ਕੀਤਾ ਤੇ ਪਿਛਲੇ 4 ਬਜਟ ਉਹਦੇ ਵਿੱਚ ਕਿਹੜੀ ਚੀਜ਼ਾਂ ਕੰਪਲੀਟ ਹੋਈਆਂ ਨੇ। ਇਸੇ ਕਰਕੇ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਵੀ ਕਹਿੰਦੀ ਇਸ ਸਰਕਾਰ ਨੂੰ ਤੁਹਾਡੀ ਜਾਨਾਂ ਦੀ, ਤੁਹਾਡੇ ਆਮਦਨ ਦੀ, ਤੁਹਾਡੀ ਸਹੂਲਤਾਂ ਦੀ, ਤੁਹਾਡੇ ਵਿਕਾਸ ਦੀ ਕੱਖ ਪਰਵਾਹ ਨਹੀਂ। ਪਰ ਇਹ ਵੋਟਾਂ ਵੇਲੇ ਤੁਹਾਡੇ ਕੋਲ ਆਣਗੇ ਝੂਠੇ ਲਾਰੇ ਵਾਦੇ ਲੈ ਕੇ, ਪਹਿਲੇ ਇਹਨਾਂ ਤੋਂ ਪਿਛਲਿਆਂ ਦਾ ਹਿਸਾਬ ਮੰਗੋ। ਜਿਹੜੇ ਘਰ ਘਰ ਨੌਕਰੀਆਂ ਦੇ ਫਾਰਮ ਭਰਾਏ ਸੀ ਉਹ ਨੌਕਰੀਆਂ ਦੇ ਮੂੰਹ ਤੇ ਮਾਰੋ, ਜਿਹੜਾ ਕਾਂਗਰਸੀ ਤੁਹਾਡੇ ਪਿੰਡ 'ਚ ਆਊਗਾ। ਜਿਹੜੇ ਘਰ ਘਰ ਕਰਜ਼ਾ ਮਾਫੀ ਦੇ ਗੱਲ ਕੀਤੀ ਸੀ, ਸਾਰੇ ਕਿਸਾਨ ਖੜੇ ਹੋ ਕੇ ਉਹ ਫਾਰਮ ਇਹਨਾਂ ਨੂੰ ਦਿਖਾਣ। ਮੇਰੇ ਬਜ਼ੁਰਗ ਆਪਣੇ 2500 ਮਹੀਨੇ ਦੇ ਹਿਸਾਬ ਦੇ ਨਾਲ 5 ਸਾਲ ਦੀ ਪੈਨਸ਼ਨਾਂ ਦੇ ਪਹਿਲੇ ਪੈਸੇ ਭਰਾਣ, ਆਪਣੇ ਨੌਜਵਾਨ ਆਪਣੇ ਮੋਬਾਈਲ ਦੀ ਮੰਗ ਰੱਖਣ, ਆਟਾ ਦਾਲ ਘਿਓ ਖੰਡ ਦੀ ਮੰਗ ਰੱਖਣ। ਤਾਂ ਆਹੀ ਕਹਿ ਸਕਦੀ ਹਾਂ ਕਿ ਫੇਰ ਝੂਠ ਦੇ ਪੁਲੰਦੇ ਬੁਨੇ ਜਾਣਗੇ। ਵੱਡੀਆਂ ਵੱਡੀਆਂ ਗੱਲਾਂ ਵਿੱਤ ਮੰਤਰੀ ਸਾਹਿਬ ਜਿਹੜੇ ਕਹਿੰਦੇ ਸੀ ਪੰਜਾਬ ਨੂੰ ਖੜਾ ਕਰਨਾ ਹੈ, ਕਦੇ ਪੀਪੀ ਪਾਰਟੀ ਸ਼ੁਰੂ ਕਰਕੇ ਕਦੇ ਕੋਤੇ। ਕੈਪਟਨ ਸਾਹਿਬ ਤੇ ਸਭ ਤੋਂ ਫੇਲਡ ਵਿੱਤ ਮੰਤਰੀ ਹਿੰਦੁਸਤਾਨ ਦੇ ਇਤਿਹਾਸ 'ਚ, ਜਿੱਥੇ ਪੰਜਾਬ ਦਾ ਆਰਥਿਕ ਹਾਲਾਤ ਕਦੇ ਇਤਿਹਾਸ ਵਿੱਚ ਆਜ਼ਾਦੀ ਤੋਂ ਬਾਅਦ ਇੰਨਾ ਥੱਲੇ ਨਹੀਂ ਗਿਆ ਜਿਵੇਂ 5 ਸਾਲਾਂ 'ਚ, ਜਿੱਥੇ ਨੈਸ਼ਨਲ ਐਵਰੇਜ ਤੋਂ ਵੀ ਘੱਟ ਪੰਜਾਬ ਦੇ ਇਨਸਾਨ ਦੀ ਆਮਦਨ ਹੋ ਗਈ। ਜਿੰਨਾ ਸਟੇਟ ਖਰਚਦਾ ਹੈਗਾ ਲੋਕਾਂ ਦੇ ਉੱਤੇ ਉਹ ਵੀ ਨੈਸ਼ਨਲ ਐਵਰੇਜ ਤੋਂ ਘੱਟ ਹੈਗੀ। ਜਿਹੜੇ ਪਿਛੜੇ ਹੋਏ ਸੂਬੇ ਯੂਪੀ ਵਰਗੇ ਕਹਿਲਾਉਂਦੇ ਸੀ ਉਹ ਵੀ ਸਾਡੇ ਤੋਂ ਅੱਗੇ ਨਿਕਲ ਗਏ ਨੇ। ਕਿਸਾਨ ਦੁਖੀ ਹੈ, ਕਿਸਾਨ ਖੁਦਕੁਸ਼ੀ ਜਿੰਨੀ ਇੰਨਾ 5 ਸਾਲਾਂ 'ਚ ਕਦੇ ਨਹੀਂ ਹੋਈ। ਮੁਲਾਜ਼ਮਾਂ ਨੂੰ ਪੁੱਛ ਲਓ ਉਹਨਾਂ ਦਾ ਕੀ ਹਾਲ ਹੋ ਰਿਹਾ ਹੈਗਾ। ਗਰੀਬ ਦਾ ਬਿਹਾਰ ਜਿਹਦੇ ਕਾਰਡ ਪੈਨਸ਼ਨ ਸ਼ਗਨ ਸਾਰੀ ਸਹੂਲਤਾਂ ਬੰਦ, ਬਿਜਲੀ ਦੇ ਬਿੱਲ ਕਿੱਥੇ ਪਹੁੰਚੇ ਨੇ? ਵਪਾਰੀਆਂ ਦਾ ਧੰਦਾ ਠੱਪ ਹੈ। ਤੁਸੀਂ ਮੈਨੂੰ ਇੱਕ ਵਰਗ ਤੋਂ ਦੱਸ ਦਿਓ ਕਿ ਕਿਹੜੇ ਖੇਤਰ ਵਿੱਚ ਤਰੱਕੀ ਪੰਜਾਬ ਨੇ ਕੀਤੀ ਆ? ਹਾਂ, ਲੋਕਾਂ ਨੂੰ ਲੁੱਟਣ 'ਚ, ਉਹਨਾਂ ਦੇ ਲਾਅ ਐਂਡ ਆਰਡਰ 'ਚ। ਆਪਾਂ ਮਾੜੇ ਲਾਅ ਐਂਡ ਆਰਡਰ ਦੇ ਹਾਲਾਤ, ਜਿੱਥੇ ਗੈਂਗਸਟਰਾਂ ਦਾ ਰਾਜ ਹੈ ਉਹ ਪੰਜਾਬ 1 ਨੰਬਰ 'ਚ ਜਾਣਿਆ ਜਾਂਦਾ ਹੈ। ਨਸ਼ੇ ਵਿੱਚ 1 ਨੰਬਰ 'ਚ, ਜਿਹੜੀ ਇਹ ਮਾਈਨਿੰਗ ਹੁੰਦੀ ਹੈ, ਨਸ਼ਾ ਮਾਫੀਆ ਹੁੰਦਾ ਹੈ, ਲਿਕਰ ਮਾਫੀਆ ਹੁੰਦਾ ਹੈ, ਮਾਈਨਿੰਗ ਮਾਫੀਆ ਹੁੰਦਾ ਹੈ। ਇਹਨਾਂ ਚੀਜ਼ਾਂ 'ਚ ਜ਼ਰੂਰ ਪੰਜਾਬ ਨੇ ਵੱਡੀ ਤਰੱਕੀ ਕਾਂਗਰਸ ਦੇ ਲਈ ਕੀਤੀ ਹੈ।